ਨੌਜਵਾਨਾਂ ਨੂੰ ਇਹ ਚਾਹੀਦਾ ਵੀ ਲੱਖੇ ਸਦਾਣੇ ਦੀ ਜਿਹੜੀ ਸੋਚ ਆ ਉਹਨੂੰ ਅਪਣਾਓ। ਲੱਖਾ ਸਦਾਣਾ ਇੱਥੇ ਆਊਗਾ ਇਹ ਨਹੀਂ ਵੀ ਉਹਦੇ ਨਾਲ ਹੀ ਆਪਾਂ ਇੱਥੇ ਆਉਣਾ, ਉਹਦੀ ਸੋਚ ਦੇ ਨਾਲ ਜੋ ਉਹਦਾ ਸੋਚ ਵਾ ਉਹਨੂੰ ਅਪਣਾਓ। ਤੁਸੀਂ ਲੱਖੇ ਆਪ ਬਣੋ ਲੱਖਾ, ਵੀ ਇਹ ਵੀ ਬੱਤੇ ਜਥੇਬੰਦੀਆਂ ਜਾਂ ਲੱਖਾ ਦੀਪ ਆ ਸਾਰੇ ਇਕੱਠੇ ਹੀ ਆ। ਤੇ ਆਪਾਂ ਨੂੰ ਹੁਣ ਜਿਹੜਾ ਇੱਕ ਨਿਸ਼ਾਨਾ ਆਪਣਾ, ਜੇ ਇੱਕ ਟੱਬਰ ਤੇ ਪਰਿਵਾਰ ਤੇ ਭਾਰੀ ਪੈਂਦੀ ਆ, ਭਰਾ ਇਕੱਠੇ ਹੋ ਕੇ ਉਹਨਾਂ ਨਾਲ ਲੜਦੇ ਆ ਹਨਾ। ਆਪਣੀਆਂ ਮਾੜੀਆਂ ਮੋਟੀਆਂ ਗੱਲਾਂ ਬਾਤਾਂ ਉਹ ਆਪਾਂ ਘਰ ਜਾ ਕੇ ਬਹਿ ਕੇ ਸੁਲਝਾ ਸਕਦੇ ਆ। ਜੋ ਦੇਣ ਸੰਘਰਸ਼ ਦੀ ਆ ਮੇਰੇ ਲਈ ਆ, ਉਹ ਮੈਂ ਕਰੋੜਾਂ ਰੁਪਈਆ ਖਰਚ ਕੇ ਵੀ ਹੈ ਨਾ ਕਿਤਿਓਂ ਵੀ ਇਹ ਪ੍ਰਾਪਤ ਨਹੀਂ ਹੋਣਾ। ਜੋ ਇੱਥੋਂ ਗਿਆਨ ਪ੍ਰਾਪਤ ਹੁੰਦਾ ਤੇ ਆਪਾਂ ਜੋ ਸੰਘਰਸ਼ ਤੋਂ ਇੱਥੇ ਸਿੱਖ ਕੇ ਕਦੀ ਫੇਲ ਨਹੀਂ ਹੋਵਾਂਗੇ ਆਪਾਂ। ਤੁਸੀਂ ਦੇਖ ਸਕਦੇ ਮੇਰੀ ਹਾਲੇ ਵੀ ਫੇਸਬੁੱਕ ਪ੍ਰੋਫਾਈਲ ਪਿਕ ਜਿਹੜੀ ਆ ਉਹ ਮੁੰਨੇ ਘੋਨੇ ਦੀ ਆ, ਦੇਖ ਰਹੇ ਆ ਵੀ ਤੁਸੀਂ। ਮਹਾਰਾਜ ਦੀ ਕਿਰਪਾ ਹੋ ਜਾਊਗੀ ਜੀ, ਬਹੁਤ ਵਧੀਆ ਗੱਲ ਵਾ। ਸੰਘਰਸ਼ ਚੋਂ ਹੀ ਸਾਰਾ ਕੁਝ ਸਾਨੂੰ ਮਿਲਿਆ ਇਹ। ਤੇ ਆਪਣੇ ਨੌਜਵਾਨਾਂ 'ਚ ਇੰਨਾ ਜੋਸ਼ ਆ ਹੁਣ ਵੀ ਹੁਣ ਜੇ ਆਪਰੇਸ਼ਨ ਕਲੀਨ ਕਹਿੰਦੇ ਆ ਤੇ ਇਹ ਮੈਨੂੰ ਵੀ ਲੱਗਦਾ ਵੀ ਕੋਈ ਵੀ ਘਰ ਇਦਾਂ ਦਾ ਹੋਊਗਾ ਜਿੱਥੋਂ ਨੌਜਵਾਨ ਨਹੀਂ ਆਊਗਾ ਇੱਥੇ। पंजाब न्यूज़ देख रहे सारे ही देश ਦੇ ਦਰਸ਼ਕਾਂ ਦਾ ਮੈਂ ਹਰਜੀਤ ਕੌਰ ਸਵਾਗਤ ਕਰਦਾ। ਦਰਸ਼ਕੋ ਅੱਜ ਸਾਡੇ ਨਾਲ ਨੇ ਦਮਨ ਅਟਵਾਲ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕਾਦੀ ਆਦਮਪੁਰ ਤੋਂ ਇਹ ਪ੍ਰਧਾਨ। ਨੌਜਵਾਨਾਂ ਦੀ ਗੱਲ ਕਰਦੇ ਆ ਕਿਉਂਕਿ ਕਿਸਾਨੀ ਅੰਦੋਲਨ ਜਿੱਥੇ ਬਜ਼ੁਰਗਾਂ ਨੇ ਆਪਣਾ ਜੋ ਹੋਸ਼ ਸੰਭਾਲ ਕੇ ਇੱਥੇ ਬੈਠੇ, ਉੱਥੇ ਕਿਸਾਨ ਨੌਜਵਾਨਾਂ ਦਾ ਜੋਸ਼ ਵੀ ਅਸੀਂ ਕਹਿ ਸਕਦੇ ਹਾਂ ਕਿ ਉਹ ਵੀ ਇਸ ਜਥੇਬੰਦੀ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ। ਸੋ ਗੱਲਬਾਤ ਕਰਦੇ ਦਮਨ ਅਟਵਾਲ ਜੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦਮਨ ਜੀ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਸੀ ਕਿ ਨੌਜਵਾਨ ਵੀ ਜਥੇਬੰਦੀਆਂ ਦੇ ਵਿੱਚ ਹੈਗੇ ਆ, ਤਾਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਨੌਜਵਾਨਾਂ ਦੇ ਜਜ਼ਬਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਸੰਸਦ ਮਾਰਚ ਦੀ ਗੱਲ ਚੱਲ ਰਹੀ ਹੈ ਕਿ ਅਸੀਂ ਸੰਸਦ ਮਾਰਚ ਕਰਨਾ, ਨੌਜਵਾਨ ਵੀ ਕਹਿ ਰਹੇ ਨੇ, ਤਾਂ ਕਿਵੇਂ ਦੇਖਦੇ ਇਸ ਫੈਸਲੇ ਨੂੰ? ਨੌਜਵਾਨ ਜੀ ਸੰਸਦ ਮਾਰਚ ਜਿਹੜਾ ਬਹੁਤ ਹੀ ਵਧੀਆ ਗੱਲ ਆ, ਕਰਨਾ ਚਾਹੀਦਾ। ਬਟ ਜਿਹੜੇ ਚੱਲਣ ਡਈ ਆ ਵੀ ਡਿਲੇ ਕਰਤਾ, ਅੱਗੇ ਪਿੱਛੇ ਕਰਤਾ, ਉਹ ਇਸ ਕਰਕੇ ਆ ਵੀ ਜਿਹੜੇ ਆਪਣੇ ਨੌਜਵਾਨ ਵੀਰ ਆ ਸਾਡੇ ਨਾਲ ਜੁੜੇ ਹੋਏ ਆ ਜਿਹੜੇ, ਉਹ ਇਹ ਕਹਿ ਰਹੇ ਵੀ ਆਪਾਂ ਜਿਹੜਾ ਕਣਕ ਦੀ ਵਾਢੀ ਆ ਜਾਂ ਕੁਛ ਵੀ ਆਪਣੇ ਕੰਮਕਾਰ ਨਿਬੇੜ ਕੇ ਸਾਰਾ ਕੁਝ ਥੋੜ੍ਹਾ ਜਿਹਾ ਇਹਨੂੰ ਡਿਲੇ ਕਰ ਦਿੱਤਾ ਜਾਵੇ ਤੇ ਵੱਧ ਚੜ੍ਹ ਕੇ ਹਿੱਸਾ ਲਵਾਂਗੇ ਉਸ ਦੇ ਵਿੱਚ। ਫਿਰ ਪਹਿਲਾਂ ਵਾਢੀ ਨੂੰ ਨਿਬੇੜ ਲਈਏ, ਉਸ ਤੋਂ ਬਾਅਦ ਵੱਧ। ਬਿਲਕੁਲ ਜੀ, ਬਿਲਕੁਲ ਬਿਲਕੁਲ। ਕੋਈ ਤਾਂ ਕਹਿ ਰਿਹਾ ਰੱਦ ਹੋ ਚੁੱਕਾ, ਕੋਈ ਕਹਿ ਰਿਹਾ ਕੈਂਸਲ ਹੋ ਚੁੱਕਾ। ਨਹੀਂ ਇਸ ਬਾਰੇ ਕੀ ਕਹੋਗੇ? ਨਹੀਂ ਜੀ, ਸੰਸਦ ਮਾਰਚ ਜਿਹੜਾ ਰੱਦ ਨਹੀਂ ਹੋਇਆ, ਉਹਨੂੰ ਆਪਾਂ ਕਹਿ ਸਕਦੇ ਵੀ ਡੇਟ ਜਿਹੜੀ ਅੱਗੇ ਪਿੱਛੇ ਹੋਊਗੀ, ਰੱਦ ਨਹੀਂ ਹੋਊਗਾ। ਜਾਂ ਕਰੋਨਾ ਕਰਕੇ? ਕਰੋਨਾ ਕਰਕੇ ਨਹੀਂ ਜੀ। ਕਰੋਨਾ ਨੂੰ ਆਪਣਾ ਜਿਹੜੇ ਨੌਜਵਾਨ ਸੰਘਰਸ਼ ਨਾਲ ਜੁੜੇ, ਅੱਜ ਕਿਸਾਨੀ ਸੰਘਰਸ਼ ਨਾਲ ਜਿੰਨੇ ਵੀ ਜੁੜੇ ਆ, ਕਰੋਨਾ ਹੈ ਹੀ ਨਹੀਂ ਜੀ। ਦੇਖੋ ਤੁਸੀਂ, ਜਦੋਂ ਕਰੋਨਾ ਸ਼ੁਰੂ ਹੋਇਆ ਸੀ ਉਦੋਂ ਪਹਿਲਾ ਕੇਸ ਜਿਹੜਾ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸੀ ਨਾ, ਸ਼ਹੀਦ ਭਗਤ ਸਿੰਘ ਨਗਰ 'ਚ, ਤੇ ਉਦੋਂ ਬਹੁਤ ਅਫਵਾਹ ਫੈਲੀ ਸੀ, ਜਾਂ ਕਰੋਨਾ ਕਹਿ ਦਈਏ ਆਪਾਂ। ਅਨੰਦਪੁਰ ਸਾਹਿਬ ਉਹ ਸੀਗੇ ਜਿਹੜੇ ਉੱਥੇ ਚੱਲ ਗਏ ਸੀਗੇ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਸੀ ਵੀ ਅਨੰਦਪੁਰ ਸਾਹਿਬ 'ਚੋਂ ਜਿੰਨੇ ਵੀ ਟੈਸਟ ਹੋਏ ਆ ਹੋਲੇ ਮਹੱਲੇ ਤੋਂ ਆ ਕੇ ਕਿਸੇ ਦੀ ਵੀ ਰਿਪੋਰਟ ਜਿਹੜੀ ਪੋਜ਼ਿਟਿਵ ਨਹੀਂ ਸੀ। ਤੇ ਕਰੋਨਾ ਜਿਹੜੀ ਜਿੱਥੇ ਮਹਾਰਾਜ ਦੀ ਕਿਰਪਾ ਆ, ਮੈਨੂੰ ਤਾਂ ਲੱਗਦਾ ਵੀ ਕਰੋਨਾ ਵਰਗਾ ਕੁਛ ਹੈ ਹੀ ਨਹੀਂ। ਜੇ ਹੈਗਾ ਵੀ ਆ ਤਾਂ ਜਿੱਥੇ ਮਹਾਰਾਜ ਦੀ ਕਿਰਪਾ ਆ, ਜਿੱਥੇ ਨੌਜਵਾਨ ਸੰਘਰਸ਼ ਨਾਲ ਜੁੜੇ ਹੋ ਆ ਤੇ ਵੱਧ ਤੋਂ ਵੱਧ ਜਿਹੜਾ ਆਪਣੇ ਦਿਲੋਂ ਸੰਘਰਸ਼ ਨਾਲ ਜੁੜੇ ਆ, ਤਾਂ ਕਰੋਨਾ ਜਿਹੀ ਚੀਜ਼ ਮੈਨੂੰ ਨਹੀਂ ਲੱਗਦਾ ਵੀ ਇਸ ਸੰਘਰਸ਼ 'ਚ ਪੈਰ ਵੀ ਪਾ ਸਕੂ। ਜੀ ਦਮਨ ਜੀ, ਅਸੀਂ ਦੇਖ ਰਹੇ ਸੀ ਕਿ ਪੰਜਾਬ ਦੇ ਵਿੱਚ ਵੀ ਲੋਕਡਾਊਨ ਹੋ ਚੁੱਕਾ, ਦਿੱਲੀ ਦੇ ਵਿੱਚ ਵੀ ਲੋਕਡਾਊਨ ਹੋ ਚੁੱਕਾ, ਤਾਂ ਲੋਕਡਾਊਨ ਦਾ ਜਿਹੜਾ ਕਿ ਇਸ ਕਿਸਾਨੀ ਅੰਦੋਲਨ ਤੇ ਕੋਈ ਅਸਰ ਪੈ ਰਿਹਾ? ਜਿਸ ਹਿਸਾਬ ਨਾਲ ਵਾਢੀ ਕਰਨ ਕਿਸਾਨ ਗਏ ਸੀ, ਗਿਣਤੀ ਘੱਟ ਸੀ, ਤਾਂ ਕੀ ਲੱਗਦਾ ਕਿ ਜੇ ਪੰਜਾਬ ਦੇ ਵਿੱਚ ਲੋਕਡਾਊਨ ਹੋ ਜਾਂਦਾ ਤਾਂ ਉਹ ਇੱਥੇ ਪਹੁੰਚਣਗੇ? ਬਿਲਕੁਲ ਜੀ, ਲੋਕਡਾਊਨ ਦਾ ਕੋਈ ਅਸਰ ਨਹੀਂ ਹੋ। ਲੋਕਡਾਊਨ ਹੁਣ ਵੀ ਕਰਫਿਊ 9 ਤੋਂ 11 ਸੀ, ਹੁਣ ਸ਼ਾਇਦ ਪੰਜਾਬ 'ਚ 8 ਤੋਂ ਟਾਈਮ ਵਧਾ ਦਿੱਤਾ ਆ। ਆਪਾਂ ਵੀ ਜਦੋਂ ਵੀ ਆਏ ਰਾਤ ਨੂੰ ਆਏ ਜੀ, ਕਰੋਨਾ ਦਾ ਜਿਹੜਾ ਲੋਕਡਾਊਨ ਦਾ ਕਿਸਾਨੀ ਸੰਘਰਸ਼ ਨਾਲ ਜਿਹੜਾ ਬੰਦਾ ਜੁੜਿਆ ਕੁਛ ਵੀ ਨਹੀਂ ਹੈਗਾ। ਬਿਲਕੁਲ ਜੀ, ਬਿਲਕੁਲ ਬਿਲਕੁਲ। ਆ ਦੇਖਿਓ, ਅੱਜ ਕੱਲ੍ਹ 'ਚ ਹੀ ਘੱਟੋ ਘੱਟ ਵੀ ਆਪਣੇ ਕੋਲ ਫੋਨ ਆਇਆ ਸੀ, ਬਹੁਤ ਭਾਰੀ ਇਕੱਠ ਨਾਲ ਰਵਾਨਾ ਜਿਹੜੇ ਦਿੱਲੀ ਨੂੰ ਹੋਏ ਆ, ਜਿਹੜੇ ਵਿਹਲੇ ਹੋਈ ਜਾਂਦੇ ਵਾਢੀਆਂ ਤੋਂ ਜਾਂ ਆਪਣੇ ਕੰਮਕਾਰ ਪਿੱਛੇ ਸੰਭਾਲ ਕੇ, ਜਾਂ ਜਿਹੜਾ ਸੀਗਾ ਆਪਣੇ ਮਿਸ਼ਨ ਕਲੀਨ, ਉਹਨੂੰ ਮੱਦੇਨਜ਼ਰ ਰੱਖਦੇ ਹੋਏ ਨੌਜਵਾਨ ਜਿਹੜੇ ਆ ਵੱਧ ਤੋਂ ਵੱਧ ਪਹੁੰਚ ਰਹੇ ਆ ਜੀ। ਇੱਕ ਅੱਜ ਜਾਂ ਕੱਲ੍ਹ ਤਾਈਂ ਤੁਸੀਂ ਦੇਖ ਸਕੋਗੇ ਵੀ ਰੌਣਕ ਅੱਗੇ ਵਾਂਗੂ ਸਿੰਘੂ ਬਾਰਡਰ, ਕੁੰਡਲੀ ਬਾਰਡਰ 'ਤੇ ਹੋਊਗੀ। ਤੇ ਹੁਣ ਵੀ ਬਹੁਤ ਹੀ ਰੌਣਕ, ਬੰਦੇ ਜਿਹੜੇ ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਘੱਟ ਲੋਕ ਆ, ਗਰਮੀ ਕਰਕੇ ਆਪਣੀ ਟਰਾਲੀਆਂ 'ਚ ਜਾਂ ਸਵੇਰੇ ਸ਼ਾਮ ਤੁਸੀਂ ਦੇਖੋ ਵੀ ਅੱਗੇ ਵਰਗਾ ਮਾਹੌਲ ਹੀ ਆ ਇੱਥੇ। ਮਤਲਬ ਕਿ ਗਰਮੀ ਕਰਕੇ ਲੱਗ ਰਿਹਾ ਕਿ ਸੰਗਤ ਘੱਟ ਆ, ਕਿਉਂਕਿ ਗਰਮੀ ਕਰਕੇ ਬਾਹਰ ਵੀ ਨਿਕਲਣਾ ਔਖਾ ਹੋ ਜਾਂਦਾ। ਹਾਂਜੀ ਜੀ, ਸੰਗਤ ਉਨੀ ਆ ਜੀ। ਉਹ ਆਪਣੇ ਦੁਪਹਿਰ ਨੂੰ ਸਵੇਰੇ ਸ਼ਾਮ ਨਿਕਲਦੇ ਆ, ਤਾਂ ਦੁਪਹਿਰ ਨੂੰ ਜਾਂ ਸਟੇਜ 'ਤੇ ਆ ਜਾਂਦੇ ਆ,
ਜੇ 10 ਬੰਦੇ ਟਰਾਲੀ 'ਚੋਂ 3 ਜਾਂ 4 ਬੰਦੇ ਸਟੇਜ ਤੇ ਹਾਜ਼ਰੀ ਭਰਦੇ ਆ ਤਾਂ ਬਾਕੀ ਜਿਹੜੇ ਆਪਣੇ ਲੰਗਰ ਚੱਲਦੇ ਆ ਸਾਰਾ ਕੁਝ ਸੇਵਾ ਕਰਦੇ ਪਿੱਛੇ ਸਾਰਾ ਕੁਝ ਸਾਂਭ ਸੰਭਾਲ ਕਰਦੇ ਵੀ ਇਹ ਨਹੀਂ ਕਹਿ ਸਕਦੇ ਆਪਾਂ ਵੀ ਸੰਘਰਸ਼ 'ਚ ਗਿਣਤੀ ਘਟ ਗਈ ਨੌਜਵਾਨਾਂ ਦੀ ਗਿਣਤੀ ਘਟ ਗਈ ਨੌਜਵਾਨਾਂ ਦੀ ਵੈਸੇ ਗਿਣਤੀ ਮੰਨ ਸਕਦੇ ਹੋ ਤੁਸੀਂ ਘੱਟ ਹੈ ਕਿਉਂਕਿ ਵਿਰਲੇ ਹੀ ਨੌਜਵਾਨ ਸਾਨੂੰ ਇੱਥੇ ਦਿਖਦੇ। ਬਿਲਕੁਲ ਜੀ ਇਹ ਸਾਰਾ ਕੁਝ ਜਿਹੜਾ ਆ ਸਰਕਾਰਾਂ ਦੀਆਂ ਚਾਲਾਂ ਆ ਪਹਿਲੇ ਇਹਨੂੰ ਕਰਤਾ ਕਾਮਰੇਡ ਵਰਸਸ ਸਿੱਖ ਹੈ ਨਾ ਤੇ ਮੁੜ ਕੇ ਬਜ਼ੁਰਗ ਤੇ ਨੌਜਵਾਨ ਨੌਜਵਾਨਾਂ ਦੇ ਵਿੱਚ ਤੇ ਕਰਤੀਆਂ ਤੇ ਇਸ ਪੱਖੋਂ ਜਿਹੜਾ ਥੋੜਾ ਜਿਹਾ ਫਰਕ ਹੋਊਗਾ ਬਟ ਨੌਜਵਾਨ ਨਿਰਾਸ਼ਤਾ ਦੇ ਵਿੱਚ ਨੇ ਜਾਂ ਕਿੱਦਾਂ ਦੇਖਦੇ ਹੋ ਕਿਉਂਕਿ ਲੱਖਾ ਸਿਧਾਣਾ ਦੀ ਗੱਲ ਕਰਦੇ ਜਾਂ ਦੀਪ ਸਿੱਧੂ ਦੀ ਤਾਂ ਉਹ ਵੀ ਇਸ ਕਿਸਾਨੀ ਅੰਦੋਲਨ ਦੇ ਵਿੱਚ ਨਹੀਂ ਹੈਗੇ ਚਲੋ ਪਰ ਲੱਖਾ ਸਿਧਾਣਾ ਤਾਂ ਇਸ ਕਿਸਾਨੀ ਅੰਦੋਲਨ ਚ ਆ ਸਕਦੇ। ਬਿਲਕੁਲ ਜੀ ਬਿਲਕੁਲ ਲੱਖਾ ਸਿਧਾਣੇ ਹੁਣੀ ਕਿਸਾਨੀ ਸੰਘਰਸ਼ ਦੇ ਯੋਧੇ ਆ ਆਪਾਂ ਕਹਿ ਸਕਦੇ ਉਹਨਾਂ ਨੂੰ ਤੇ ਲੱਖੇ ਸਿਧਾਣੇ ਵੀਰ ਨਾਲ ਮਿਲਾਂਗੇ ਗੱਲਬਾਤ ਵੀ ਕਰਾਂਗੇ ਬਟ ਨੌਜਵਾਨਾਂ ਨੂੰ ਇਹ ਚਾਹੀਦਾ ਵੀ ਲੱਖੇ ਸਿਧਾਣੇ ਦੀ ਜਿਹੜੀ ਸੋਚ ਆ ਉਹਨੂੰ ਅਪਣਾਓ। ਲੱਖਾ ਸਿਧਾਣਾ ਇੱਥੇ ਆਊਗਾ ਇਹ ਨਹੀਂ ਵੀ ਉਹਦੇ ਨਾਲ ਹੀ ਆਪਾਂ ਇੱਥੇ ਆਉਣਾ ਉਹਦੀ ਸੋਚ ਦੇ ਨਾਲ ਜੋ ਉਹਦਾ ਸੋਚ ਵਾ ਉਹਨੂੰ ਅਪਣਾਓ। ਤੁਸੀਂ ਲੱਖੇ ਆਪ ਬਣੋ ਆਪ ਲੱਖਾ ਬਣ ਕੇ ਸੰਘਰਸ਼ 'ਚ ਪਹੁੰਚੋ। ਲਹਿਰਾ ਤਾਂ ਲੀਡਰ ਵੀ ਲੋਕ ਹੋਣੇ ਚਾਹੀਦੇ। ਬਿਲਕੁਲ ਜੀ ਬਿਲਕੁਲ ਜੇ ਲੱਖੇ ਨੂੰ ਆਪਣਾ ਆਈਡਲ ਸਮਝਦੇ ਨੌਜਵਾਨ ਤੇ ਲੱਖੇ ਦੀ ਜਿਹੜੀ ਸੋਚ ਵਾ ਉਹਨੂੰ ਅਪਣਾਓ ਵੀ ਨਾ ਕਿ ਲੱਖਾ ਜੇ ਕਿਤੇ ਹੈਗਾ ਜਿੱਥੇ ਵੀ ਆ ਉਹ ਇਹ ਤਾਂ ਕਹਿੰਦੇ ਨੇ ਵੀ ਧਰਨੇ 'ਚ ਨਾ ਜਾਓ ਹੈ ਨਾ ਧਰਨੇ 'ਚ ਜਾਓ ਆਪਣਾ ਯੋਗਦਾਨ ਪਾਓ ਜੋ ਕਿਸੇ ਦਾ ਦਿਲ ਕਰਦਾ ਉਸ ਹਿਸਾਬ ਨਾਲ ਸੰਘਰਸ਼ 'ਚ ਆਓ ਆਪਣੀ ਜ਼ਿੰਮੇਵਾਰੀਆਂ ਨਿਭਾਓ। ਹਰੇਕ ਬੰਦਾ ਜਿਹੜਾ ਨਿਭਾ ਸਕਦਾ ਜ਼ਿੰਮੇਵਾਰੀਆਂ ਰਾਤ ਨੂੰ ਆਪਣੇ ਵਲੰਟੀਅਰ ਵੀਰ ਤੇ ਰਾਖੀ ਕਰੋ ਕੁਝ ਵੀ ਕਰ ਸਕਦੇ ਆਪਾਂ। ਲੱਖੇ ਦੀ ਸੋਚ ਨੂੰ ਅਪਣਾਓ ਨਾ ਕਿ ਲੱਖਾ ਇਹ ਤਾਂ ਕਹਿ ਰਹੇ ਨੇ ਵੀਰੇ ਸੰਘਰਸ਼ 'ਚ ਨਾ ਪਹੁੰਚੋ ਹੈ ਨਾ ਲੱਖੇ ਹੁਣੀ ਵੀ ਸੰਘਰਸ਼ ਦੇ ਨਾਲ ਹੀ ਆ ਜੀ। ਇਹ ਨਹੀਂ ਲੱਗ ਰਿਹਾ ਕਿ ਨੌਜਵਾਨ ਜਥੇਬੰਦੀਆਂ ਵੀ ਨੇ ਬਜ਼ੁਰਗਾਂ ਦੀਆਂ ਵੀ ਜਥੇਬੰਦੀਆਂ ਨੇ ਤਾਂ ਕਿਤੇ ਤਾਲਮੇਲ ਵੀ ਤਾਂ ਨਹੀਂ ਬੈਠ ਰਿਹਾ। ਨਹੀਂ ਜੀ ਜਿਹੜੀਆਂ ਜਥੇਬੰਦੀਆਂ ਤਾਂ ਲੱਖਾ ਆ ਮੈਨੂੰ ਨਹੀਂ ਲੱਗਦਾ ਵੀ ਲੱਖੇ ਭਾਜੀ ਹੋਣੀ ਜਾਂ ਜਥੇਬੰਦੀਆਂ ਬਹੁਤ ਹੀ ਸੂਝਵਾਨ ਵਾ। ਇਹ ਜਿਹੜੇ ਮੀਡੀਆ ਤੇ ਆਪਾਂ ਕਹਿ ਸਕਦੇ ਆਈਟੀ ਸੈੱਲ ਵੱਲੋਂ ਜਿਹੜੀ ਮਾੜੀ ਜਿਹੀ ਨਿੱਕੀ ਜਿਹੀ ਗੱਲ ਨੂੰ ਵਧਾ ਚੜਾ ਕੇ ਨੌਜਵਾਨਾਂ ਦੇ ਮੂਹਰੇ ਪੇਸ਼ ਕੀਤਾ ਜਾਂਦਾ ਆ ਇਦਾਂ ਤਾਂ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਮਾੜਾ ਮੋਟਾ ਚਲੋ ਹੁੰਦਾ ਹੋਊਗਾ ਬਟ ਨਹੀਂ ਸਾਰੇ ਇੱਕੋ ਹੀ ਆ। ਆਪਣੀ ਮੰਜ਼ਿਲ ਇੱਕ ਵਾ ਨਿਸ਼ਾਨਾ ਇੱਕ ਵਾ ਆਪਾਂ ਕਾਨੂੰਨ ਰੱਦ ਕਰਾਉਣੇ ਆ ਤੇ ਆਪਾਂ ਆਪਸੀ ਝਗੜੇ ਜਿਹੜੇ ਛੱਡ ਕੇ ਆਪਾਂ ਪੰਜਾਬ 'ਚ ਜਾ ਕੇ ਸੁਲਝਾ ਦੇਵਾਂਗੇ ਨਾ। ਆਪਸੀ ਆ ਭਰਾ ਆ ਹੁਣ ਜੇ ਇੱਕ ਟੱਬਰ ਤੇ ਪਰਿਵਾਰ ਤੇ ਭਾਰੀ ਪੈਂਦੀ ਆ ਭਰਾ ਇਕੱਠੇ ਹੋ ਕੇ ਉਹਨਾਂ ਨਾਲ ਲੜਦੇ ਆ ਹੈ ਨਾ ਵੀ ਇਹ ਵੀ ਬੱਤੇ ਜਥੇਬੰਦੀਆਂ ਜਾਂ ਲੱਖਾ ਦੀਪ ਆ ਸਾਰੇ ਇਕੱਠੇ ਹੀ ਆ ਤੇ ਆਪਾਂ ਨੂੰ ਹੁਣ ਜਿਹੜਾ ਇੱਕ ਨਿਸ਼ਾਨਾ ਆਪਣਾ ਉੱਤੇ ਫੋਕਸ ਕਰਨਾ ਚਾਹੀਦਾ ਤੇ ਜਿਹੜੀਆਂ ਆਪਣੀਆਂ ਮਾੜੀਆਂ ਮੋਟੀਆਂ ਗੱਲਾਂ ਬਾਤਾਂ ਉਹ ਆਪਾਂ ਘਰ ਜਾ ਕੇ ਬਹਿ ਕੇ ਸੁਲਝਾ ਸਕਦੇ ਆ ਤਾਂ ਬਹੁਤ ਹੀ ਪਿਆਰ ਨਾਲ ਜਿਹੜਾ ਇਹ ਗੱਲਬਾਤ ਸਾਰੇ ਸਮਝਣ। ਆਪਰੇਸ਼ਨ ਕਲੀਨ ਬਾਰੇ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲੱਗਦਾ ਕੋਈ ਸਰਕਾਰ ਆਪਰੇਸ਼ਨ ਕਲੀਨ ਹੈ ਜਿਹੜਾ ਇਸ ਕਿਸਾਨੀ ਅੰਦੋਲਨ 'ਚ ਕਰੇਗੀ? ਨਹੀਂ ਜੀ ਸਾਨੂੰ ਵੀ ਜਦੋਂ ਪਤਾ ਲੱਗਾ ਸੀ ਆਪਰੇਸ਼ਨ ਕਲੀਨ ਜਿਹੜਾ ਨਾ ਖਬਰ ਇਹ ਸੁਣੀ ਸੀ ਅਸੀਂ ਉਸ ਟਾਈਮ ਹੀ 2 ਘੰਟੇ ਦੇ ਵਿੱਚ ਆਪਣੇ ਨਾਲ ਸਾਥੀ ਇਕੱਠੇ ਕੀਤੇ 15 ਤੋਂ 20 ਬੰਦੇ ਸਾਡੇ ਨਾਲ ਸੀ। ਹੁਣ ਚਲੋ ਥੋੜੇ ਚੱਲ ਗਏ ਕੰਮ ਕਰਕੇ ਵਾਢੀਆਂ ਸੀਗੀਆਂ ਜਾਣਾ ਪੈਣਾ ਸੀਗਾ ਉਹਨਾਂ ਨੂੰ ਹੈ ਨਾ ਤੇ ਆਪਾਂ ਇੱਥੇ ਮਿਸ਼ਨ ਕਲੀਨ ਦੇ ਕਰਕੇ ਹੀ ਪਹੁੰਚੇ ਸੀਗੇ ਤਾਂ ਬਟ ਇੱਥੇ ਇਦਾਂ ਦਾ ਕੋਈ ਮਾਹੌਲ ਨਹੀਂ ਡਰ ਨਹੀਂ ਉਹ ਜਿਹੜਾ ਇਹ ਡਰ ਪਾ ਰਿਹਾ ਇਹ ਵੀ ਨੌਜਵਾਨਾਂ 'ਚ ਜਾਂ ਬਜ਼ੁਰਗਾਂ 'ਚ ਜਾਂ ਘਰ ਦੇ ਟੈਨਸ਼ਨ ਕਰਦੇ ਹਰੇਕ ਦੇ ਘਰ ਦੇ ਸਿਆਣੇ ਆ ਵੀ ਪੁੱਤ ਨਾ ਜਾਓ ਨਹੀਂ ਜਾਓ ਹੈ ਨਾ ਪਰ ਉਹਨਾਂ ਨੂੰ ਘਰਦਿਆਂ ਨੂੰ ਵੀ ਇਹ ਕਹਿਣਾ ਚਾਹੀਦਾ ਵੀ ਇਹ ਸੰਘਰਸ਼ ਜਿਹੜਾ ਸਿੱਖ ਕੌਮ ਸ਼ੁਰੂ ਤੋਂ ਹੀ ਸੰਘਰਸ਼ ਲੜਦੀ ਆ ਰਹੀ ਆ ਯੁੱਧ ਲੜਦੀ ਆ ਰਹੀ ਆ ਤੇ ਯੁੱਧਾਂ ਜੰਗਾਂ ਦੇ ਵਿੱਚ ਸ਼ਹੀਦੀਆਂ ਹੁੰਦੀਆਂ ਆ ਸੋ ਇਹ ਬਹੁਤ ਹੀ ਮਾਣ ਵਾਲੀ ਗੱਲ ਆ ਵੀ ਜਿਹੜੇ ਸ਼ਹੀਦ ਹੋ ਗਏ ਅਸੀਂ ਵੀ ਸਿਰ ਤੇ ਕਫਨ ਪਾ ਕੇ ਆਏ ਆ ਜਿੱਥੇ ਮਹਾਰਾਜ ਸਾਡੀ ਸੇਵਾ ਲੈ ਲੂਗਾ ਬਹੁਤ ਮਾਣ ਵਾਲੀ ਗੱਲ ਆ ਵੀ ਜਿਹੜੇ ਸ਼ਹੀਦ ਹੋ ਗਏ ਇੱਦਾਂ ਨਹੀਂ ਸੋਚਣਾ ਚਾਹੀਦਾ ਵੀ ਨਹੀਂ ਬਹੁਤ ਮਾਣ ਵਾਲੀ ਗੱਲ ਮੈਂ ਤਾਂ ਫਖਰ ਮਹਿਸੂਸ ਕਰੂੰਗਾ ਵੀ ਜੇ ਦਮਨ ਜੀ ਮੇਰੇ ਮਨ ਵਿੱਚ ਗੱਲ ਆ ਰਹੀ ਹੈ ਤੁਹਾਡੇ ਇਸ ਲਿਬਾਸ ਨੂੰ ਵੀ ਦੇਖ ਕੇ ਲੱਗਦਾ ਕਿ ਕਿਸਾਨੀ ਅੰਦੋਲਨ ਦਾ ਜਿਹੜਾ ਬਦਲਾਅ ਆਏ ਕਿਉਂਕਿ ਪਹਿਲਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਨੌਜਵਾਨ ਕਿਤੇ ਨਾ ਕਿਤੇ ਨਸ਼ਿਆਂ ਦੇ ਵਿੱਚ ਪਿਆ ਸੀ ਸਿੱਖੀ ਤੋਂ ਪਤਤ ਹੋ ਰਿਹਾ ਸੀ ਪਰ ਤੁਸੀਂ ਵੀ ਹੁਣ ਸਹਿਜਧਾਰੀ ਹੋਏ ਹੋ ਤਾਂ ਕੀ ਲੱਗਦਾ ਕਿ ਇਹ ਬਦਲਾਅ ਕਿਸਾਨੀ ਅੰਦੋਲਨ ਕਰਕੇ ਆ ਰਹੇ ਨੇ? ਬਿਲਕੁਲ ਜੀ ਦੇਖੋ ਜੀ ਸਿਆਣੇ ਵੀ ਕਹਿੰਦੇ ਹੁੰਦੇ ਜਿੱਦਾਂ ਦਾ ਬੰਦਾ ਬਹਿਣੀ ਸਹਿਣੀ ਜਿੱਦਾਂ ਦੇ ਫਰੈਂਡ ਸਰਕਲ ਆ ਉੱਦਾਂ ਦਾ ਬੰਦੇ ਦੀ ਥਿੰਕਿੰਗ ਹੋ ਜਾਂਦੀ ਆ ਨਾ ਸੋ ਕਿਸਾਨੀ ਸੰਘਰਸ਼ ਨੇ ਮੈਂ ਇਹ ਦੇਖਦਾ ਵੀ ਕਰੋਨਾ ਕਰਕੇ ਜਿਹੜੇ ਹੁਣ ਸਕੂਲ ਆਪਣੇ ਬੋਰਡ ਦੀਆਂ ਕਲਾਸਾਂ ਸਾਰੀਆਂ ਰੱਦ ਕਰਤੀਆਂ ਨਾ ਵੀ ਨਿਆਣੇ ਜਿਹੜੇ ਤੁਹਾਨੂੰ ਪਤਾ ਵੀ ਆ ਸਿੱਖਿਆ ਪ੍ਰੀਖਿਆਵਾਂ ਤੋਂ ਅੱਗੇ ਪ੍ਰਮੋਟ ਕਰ ਦਿੱਤੇ 1 ਸਾਲ ਹੋ ਗਿਆ ਸਕੂਲ ਬੰਦ ਨੇ ਉਹ ਸਿੱਖਿਆ ਤੋਂ ਵਾਂਝੇ ਰਹਿ ਜਾਣੇ ਆ ਜੀ। ਮੇਰੀ ਇਹ ਥਿੰਕਿੰਗ ਆਪਣੇ ਵਿਚਾਰ ਮੇਰੇ ਆ ਵੀ ਜਿਹੜਾ ਸੰਘਰਸ਼ ਤੋਂ ਸਾਨੂੰ ਸਿੱਖਣ ਨੂੰ ਮਿਲ ਰਿਹਾ ਜੋ ਦੇਣ ਸੰਘਰਸ਼ ਦੀ ਆ ਮੇਰੇ ਲਈ ਆ ਉਹ ਮੈਂ ਕਰੋੜਾਂ ਰੁਪਈਆ ਖਰਚ ਕੇ ਵੀ ਆ ਨਾ
ਕਿਤੇ ਯੂਨੀਵਰਸਿਟੀ ਕਿਤੇੋਂ ਵੀ ਇਹ ਪ੍ਰਾਪਤ ਨਹੀਂ ਹੋਣਾ। ਜਿੰਨਾ ਮਰਜ਼ੀ ਕਰੋੜਾਂ ਰੁਪਈਆ ਖਰਚ ਕੇ ਆਪਾਂ ਜੋ ਇੱਥੋਂ ਗਿਆਨ ਪ੍ਰਾਪਤ ਹੁੰਦਾ ਜਾਂ ਸੰਘਰਸ਼ 'ਚ ਜੋ ਵੀ ਜ਼ਿੰਦਗੀ ਨੂੰ ਆਪਾਂ ਕਿਤੇ ਵੀ ਚਲ ਜਾਈਏ ਦੁਨੀਆ 'ਚ, ਤੇ ਆਪਾਂ ਜੋ ਸੰਘਰਸ਼ ਤੋਂ ਇੱਥੇ ਸਿੱਖ ਕੇ ਕਦੀ ਫੇਲ ਨਹੀਂ ਹੋਵਾਂਗੇ ਆਪਾਂ। ਤੇ ਆਪਸੀ ਪਿਆਰ ਜਿਹੜਾ ਵਧਿਆ ਇੱਥੇ ਲੋਕਾਂ 'ਚ, ਤੁਸੀਂ ਦੇਖ ਸਕਦੇ ਮੇਰੀ ਹਾਲੇ ਵੀ ਫੇਸਬੁੱਕ ਪ੍ਰੋਫਾਈਲ ਪਿਕ ਜਿਹੜੀ ਆ ਉਹ ਮੁੰਨੇ ਘੋਨੇ ਦੀ ਆ। ਤੇ ਸਾਲ ਕੁ ਪਹਿਲਾਂ ਵੀ ਮੈਂ ਕੇਸ ਰੱਖੇ ਸੀ, ਸੋ ਮੇਰੀ ਮੈਰਿਜ ਸੀਗੀ, ਉਦੋਂ ਸੱਟ ਲੱਗ ਗਈ, ਮੇਰਾ ਐਕਸੀਡੈਂਟ ਹੋ ਗਿਆ, ਉਦੋਂ ਕੇਸ ਕਟਾਉਣੇ ਪਏ ਸੀ, ਤਾਂ ਉਦੋਂ ਦਾੜੀ ਨਹੀਂ ਰੱਖੀ ਸੀ। ਹੁਣ ਦੇਖ ਰਹੇ ਆ ਵੀ ਤੁਸੀਂ, ਮਹਾਰਾਜ ਦੀ ਕਿਰਪਾ ਹੋ ਜਾਊਗੀ ਜੀ, ਬਹੁਤ ਵਧੀਆ ਗੱਲ ਵਾ। ਸੰਘਰਸ਼ 'ਚੋਂ ਹੀ ਸਾਰਾ ਕੁਝ ਸਾਨੂੰ ਮਿਲਿਆ ਇਹ। ਤੇ ਜਿਹੜੇ ਨਿਆਣੇ ਆ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰੂੰਗਾ, ਘਰ ਬੈਠੇ ਮਾਤਾਵਾਂ ਨੂੰ, ਆਪਣੇ ਬੱਚਿਆਂ ਨੂੰ ਸੰਘਰਸ਼ ਦੇ ਨਾਲ ਜ਼ਰੂਰ ਜੋੜੋ। ਆਪ ਆ ਜਾਓ ਸਾਡੇ ਏਰੀਏ 'ਚੋਂ। ਮੈਂ ਜੀ 9ਵੀਂ ਵਾਰੀ ਆਇਆ ਹੁਣ ਸੰਘਰਸ਼ 'ਚ, ਘੱਟੋ ਘੱਟ 14-15 ਦਿਨ ਰਹਿ ਕੇ ਜਾਈਦਾ। ਸਾਰੀਆਂ ਆਪਣੇ ਕੋਲ ਸਹੂਲਤਾਂ ਇੱਥੇ ਹੈਗੀਆਂ। ਮੈਂ ਵੱਧ ਤੋਂ ਵੱਧ ਉਹਨਾਂ ਨੂੰ ਵੀ ਇਹ ਕਹਿੰਦਾ ਵੀ ਨਿਆਣਿਆਂ ਨੂੰ ਜ਼ਿੰਮੇਵਾਰੀ ਸਾਡੀ ਆ, ਲੈ ਕੇ ਆਵਾਂਗੇ। ਜੇ ਤੁਸੀਂ ਨਹੀਂ ਟਾਈਮ ਦੇ ਸਕਦੇ ਸਾਡੇ ਨਾਲ ਭੇਜੋ। ਸੰਘਰਸ਼ ਦੇ ਵਿੱਚ 2 ਜਾਂ 3 ਦਿਨ ਨਿਆਣਿਆਂ ਨੂੰ ਵੀ ਆਪਾਂ ਨੂੰ ਲਿਆਉਣਾ ਚਾਹੀਦਾ, ਕਿਉਂਕਿ ਉਹੀ ਗਾਂ ਭਵਿੱਖ ਆ ਸਿੱਖ ਕੌਮ ਦਾ। ਕੋਈ ਸਕੂਲ ਤਾਂ ਬੰਦ ਹੈਗੇ ਨੇ, ਉਹਨਾਂ ਨੂੰ ਇੱਥੇ ਆਉਣਾ ਚਾਹੀਦਾ। ਬਿਲਕੁਲ ਜੀ, ਆਉਣਾ ਚਾਹੀਦਾ। ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ। ਤੁਸੀਂ ਸਕੂਲਾਂ 'ਚ ਭੇਜ ਕੇ ਦੇਖੋ ਜੀ, ਕਈ ਬੱਚੇ ਹੁੰਦੇ ਆ ਵੀ ਇਹ ਨਹੀਂ ਵੀ ਸਿੱਖਿਆ ਮਾੜੀ ਆ, ਬੱਚਾ 99% 98% ਨੰਬਰ ਲੈ ਲੈਂਦਾ, ਬਟ ਜੇ ਉਹਨੂੰ ਕੁਝ ਵੀ ਪੁੱਛੋ, ਗਿਆਨ ਦੀ ਗੱਲ ਪੁੱਛ ਲਓ ਵੀ ਦੁਆਬਾ ਕਿਹਨੂੰ ਕਹਿੰਦੇ ਆ, ਕੁਝ ਵੀ ਗਿਆਨ ਦੀ ਗੱਲ ਨਹੀਂ ਪਤਾ ਉਹਨਾਂ ਨੂੰ। ਸਿਰਫ ਜੋ ਕਿਤਾਬਾਂ 'ਚ ਉਹੀ ਆ, ਦੁਨੀਆ ਵੀ ਕੁਝ ਨਹੀਂ ਪਤਾ, ਫਾਇਦਾ ਨਹੀਂ, ਨੌਲੇਜ ਆ, ਸਟੱਡੀ ਆ, ਬਸ ਉਹੀ ਆ ਜੀ। ਉਹ ਗਿਆਨ ਜਿਹੜਾ ਹੋਣਾ ਜ਼ਰੂਰੀ ਆ। ਧਰਮ, ਆਪਣੇ ਧਰਮ ਨਾਲ ਰਿਲੇਟਡ ਜਿਹੜਾ ਆਪਾਂ ਨਿਆਣਿਆਂ ਨੂੰ ਐਡੂਕੇਟ ਕਰੋ, ਇੰਨਾ ਕੁ ਕਰੋ ਵੀ ਉਹ ਜ਼ਿੰਦਗੀ 'ਚ ਸਫਲ ਹੋਣ। ਇਹ ਨਹੀਂ ਵੀ ਇਕੱਲਾ ਨਿਆਣਿਆਂ ਨੂੰ ਪੜ੍ਹਾਈ ਜਾਓ ਤਾਂ ਹੋਰ ਕੁਝ ਪਤਾ ਹੀ ਨਾ ਹੋਵੇ ਉਹਨੂੰ। ਤੁਸੀਂ ਦੇਖ ਰਹੇ ਹੋ ਕਿ ਅੱਜ ਵੀ ਹਾਈ ਕੋਰਟ ਨੇ ਵੀ ਇੰਨਾ ਵੱਡਾ, ਆਪਾਂ ਕਹਿ ਸਕਦੇ ਇੱਕ ਸੰਦੇਸ਼ ਜਾਂ ਇੱਕ ਚੇਤਾਵਨੀ ਦਿੱਤੀ ਹੈ ਸਰਕਾਰ ਨੂੰ ਵੀ, ਕਿ ਜਿਹੜੀ ਆਕਸੀਜਨ ਸਿਲੰਡਰਾਂ ਦੀ ਗੱਲ ਕਰਦੇ ਆ, ਹਨਾ। ਪਹਿਲਾਂ ਤਾਂ ਸਰਕਾਰ ਨੇ ਕਿਹਾ ਕਿ ਦਿੱਲੀ ਦੀਆਂ ਬਾਰਡਰਾਂ ਤੇ ਕਿਸਾਨ ਸੜਕਾਂ ਤੇ ਬੈਠੇ ਨੇ, ਆਕਸੀਜਨ ਪਹੁੰਚਾਉਣ ਵਿੱਚ ਦਿੱਕਤ ਹੋ ਰਹੀ ਆ। ਤਾਂ ਜੇ ਉਹ ਫੈਸਲਾ ਨਹੀਂ ਚੱਲਿਆ ਤਾਂ ਤੁਸੀਂ ਦੇਖੋ ਕਿ ਹੁਣ ਆਕਸੀਜਨ ਵੀ ਘੱਟ ਪੈ ਰਹੀ। ਤੇ ਹਾਈ ਕੋਰਟ ਦੀ ਜਿੱਥੇ ਨਿਆਂਪਾਲਿਕਾ ਦੀ ਗੱਲ ਕਰਦੇ ਆ, ਤਾਂ ਉਹ ਵੀ ਕਹਿ ਰਹੀ ਹੈ ਕਿ ਇਹ ਜਿਹੜੇ ਤੁਸੀਂ ਆਕਸੀਜਨ ਨੇ, ਚਾਹੇ ਤੁਸੀਂ ਉਧਾਰ ਲੈ ਲਓ, ਚਾਹੇ ਤੁਸੀਂ ਚੋਰੀ ਕਰ ਲਓ, ਚਾਹੇ ਤੁਸੀਂ ਕਿਤੇ ਡਾਕਾ ਮਾਰੋ, ਪਰ ਇਹ ਪੂਰੇ ਕੀਤੇ ਜਾਣ। ਕੀ ਕਹੋਗੇ ਜੀ? ਇਹ ਸਰਕਾਰ ਦਾ ਜਿਹੜਾ ਸੰਘਰਸ਼ ਨੂੰ ਫੇਲ ਕਰਨ ਦੇ ਚਾਲਾਂ ਚੱਲ ਰਹੀ ਆ। ਕਦੀ ਕਰੋਨਾ ਆ ਗਿਆ, ਤੇ ਅੱਗੇ ਸੀਗਾ ਜੀ ਪਰਾਲੀ ਦਾ ਧੂਆਂ ਦਿੱਲੀ ਚਲ ਜਾਂਦਾ ਆ, ਹੁਣ ਵੀ ਧਰਨੇ ਕਰਕੇ ਦਿੱਲੀ ਆਕਸੀਜਨ ਨਹੀਂ ਜਾਂਦੀ, ਹੈ ਨਾ। ਇਹ ਬੱਚੇ ਨੂੰ ਵੀ ਪਤਾ ਵੀ ਇਹ ਗੱਲਾਂ ਜਿਹੜੀਆਂ ਮੇਰੇ ਹਿਸਾਬ ਨਾਲ ਤਾਂ ਵੀ ਇਹ ਬਹੁਤ ਹੀ ਗਲਤ ਗੱਲਾਂ। ਇਦਾਂ ਤਾਂ ਕੋਈ ਪ੍ਰੋਬਲਮ ਸਰਕਾਰ ਨੂੰ ਨਹੀਂ ਆਈ ਹੋਊਗੀ। ਮੈਨੂੰ ਰਲੀ ਮਿਲੀ ਭੁਗਤ ਕਰਕੇ ਇੱਕ ਧਰਨੇ ਨੂੰ ਚੁਕਾਉਣ ਦਾ ਜਿਹੜਾ ਖਤਮ ਕਰਦਾ ਇਹ ਇਰਾਦੇ ਸਰਕਾਰ ਕਰ ਰਹੀ ਆ। ਬਟ ਸਾਡੀ ਜਿੱਤ ਜਿਹੜੀ ਆ ਹੋ ਚੁੱਕੀ ਆ, ਬਸ ਐਲਾਨ ਹੋਣਾ ਬਾਕੀ ਆ। ਜਿੱਤ ਹੋ ਗਈ ਆ ਜੀ, ਐਲਾਨ ਹੋਣਾ ਬਾਕੀ ਆ ਬਸ। ਕਿਵੇਂ ਲੱਗਦਾ ਤੁਹਾਨੂੰ, ਕਿਸ ਤਰ੍ਹਾਂ ਤੁਹਾਡੀ ਜਿੱਤ ਹੋ ਚੁੱਕੀ ਹੈ? ਜਿੱਤ ਆ ਜੀ, ਦੇਖੋ ਸੰਘਰਸ਼ ਨਾਲ ਜੁੜੇ ਜਿਹੜੇ ਨੌਜਵਾਨੀ ਆ ਸਾਡੀ, ਵੱਧ ਤੋਂ ਵੱਧ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਵੀ ਸੰਘਰਸ਼ ਨਾਲ 1 ਜਾਂ 2 ਦਿਨ ਵੀ ਰਹਿ ਕੇ ਗਿਆ ਬੰਦਾ, ਉਹਨੂੰ ਇੰਨਾ ਕੁਝ ਸਿੱਖਣ ਨੂੰ ਮਿਲ ਗਿਆ। ਤੇ ਸਾਡੇ ਨੌਜਵਾਨਾਂ 'ਚ ਇੰਨਾ ਜੋਸ਼ ਆ। ਹੁਣ ਨੌਜਵਾਨ ਜਿਹੜੇ ਸਾਥੀ ਸਾਡੇ ਨਾਲ, ਸਾਡਾ ਸ਼ਹੀਦੀ ਯੋਧਾ ਅਰਸ਼ਪ੍ਰੀਤ ਸਿੰਘ ਸਾਡੇ ਆਦਮਪੁਰ ਤੋਂ 19 ਸਾਲਾਂ ਦਾ ਨੌਜਵਾਨ ਸੀ, ਹੈ ਨਾ। ਉਹ ਸ਼ਹੀਦੀ ਪ੍ਰਾਪਤ ਕਰ ਗਿਆ, ਕਿਹਦੇ ਕਰਕੇ ਕਰ ਗਿਆ? ਸੋਚਣ ਵਾਲੀਆਂ ਗੱਲਾਂ ਵੀ ਉਹਨੂੰ ਕੀ ਲੈਣਾ ਦੇਣਾ ਸੀ, ਹੈ ਨਾ, ਸੰਘਰਸ਼ 'ਚੋਂ। ਛੋਟਾ ਜਿਹਾ ਕਿਸਾਨ ਸੀ, ਹਲੇ ਜਵਾਨੀ 'ਚ ਪੈਰ ਧਰਿਆ, ਹਲੇ ਬਹੁਤ ਕੁਝ ਦੇਖਣਾ ਸੀ। ਉਹਨੇ ਸ਼ਹੀਦ ਹੋਇਆ। ਤੇ ਆਪਣੇ ਨੌਜਵਾਨਾਂ 'ਚ ਇੰਨਾ ਜੋਸ਼ ਆ ਹੁਣ ਵੀ ਹੁਣ ਜੇ ਆਪਰੇਸ਼ਨ ਕਲੀਨ ਕਹਿੰਦੇ ਆ, ਤੇ ਇਹ ਮੈਨੂੰ ਵੀ ਲੱਗਦਾ ਵੀ ਕੋਈ ਵੀ ਘਰ ਇਦਾਂ ਦਾ ਹੋਊਗਾ ਜਿੱਥੋਂ ਨੌਜਵਾਨ ਨਹੀਂ ਆਊਗਾ ਇੱਥੇ ਜੀ। ਤੇ ਜਿਹੜੇ ਸਾਡੇ ਅੰਦਰ ਜਿੱਤ, ਜਿੱਦਾਂ ਸਾਨੂੰ ਯਕੀਨ ਆ ਵੀ ਜਿੱਤ ਹੋ ਗਈ ਆ, ਤੇ ਜਿੱਤ ਪ੍ਰਾਪਤ ਹੀ ਆ ਜੀ। ਸਰਕਾਰ ਕੌਣ ਹੁੰਦੀ ਆ? ਵਿਸ਼ਵਾਸ ਬਣ ਜਾਂਦਾ, ਜਿੱਤ ਦ੍ਰਿੜ ਦਾ ਨਿਸ਼ਚਾ ਬਣ ਜਾਂਦਾ, ਤਾਂ ਜਿੱਤ ਪੱਕੀ। ਬਿਲਕੁਲ ਜੀ, ਬਿਲਕੁਲ ਮਹਾਰਾਜ ਦੀ ਕਿਰਪਾ ਹੈ ਜੀ। ਅੱਗੇ ਵੀ ਕੀ ਕਹੋਗੇ? ਪਰ ਉਹ ਅਜੇ ਵੀ ਕਹਿ ਰਹੀ ਹੈ ਕਿ 2024 ਤੱਕ ਬੈਠ ਜਾਓ, ਚਾਹੇ ਜਿੱਦਾਂ ਮਰਜ਼ੀ ਬੈਠੇ ਰਹੋ, ਪਰ ਇਹ ਬਿੱਲ ਆ ਉਹ ਰੱਦ ਨਹੀਂ ਹੋਣੇ। ਨਹੀਂ ਜੀ, 24 ਤੱਕ ਬਿਠਾ ਲਓਗੇ ਤਾਂ ਵੀ ਸਾਡੇ ਲਈ ਤਾਂ ਵਧੀਆ ਗੱਲ ਆ, ਸਾਨੂੰ ਹੋਰ ਕੁਝ ਸਿੱਖਣ ਨੂੰ ਮਿਲੂਗਾ। ਮਤਲਬ ਕਿ ਜਿੰਨਾ ਲੰਬਾ ਜਾਊਗਾ ਉਹਨਾਂ ਤੁਹਾਨੂੰ ਸਿੱਖਣ ਨੂੰ ਮਿਲੂਗਾ। ਉਹਨੂੰ ਸਿੱਖਣ ਨੂੰ ਮਿਲੂਗਾ ਜੀ ਸਾਨੂੰ। ਲੱਗਦਾ ਨਹੀਂ ਕਿ ਜੇ ਸੰਘਰਸ਼ ਲੰਬਾ ਜਾਊਗਾ ਤਾਂ ਨੁਕਸਾਨ ਵੀ ਹੋ ਸਕਦੇ ਨੇ? ਨੁਕਸਾਨ ਤਾਂ ਜੀ ਚੱਲ ਹੀ ਰਿਹਾ। ਨੁਕਸਾਨ ਸਰਕਾਰ ਦਾ ਜਾਂ ਹਰੇਕ ਦਾ ਹੀ ਨੁਕਸਾਨ ਹੋ ਰਿਹਾ, ਪਰ ਸਰਕਾਰ ਜਿਹੜੀ ਆ, ਇੰਡੀਅਨ ਗੌਰਮੈਂਟ ਆ, ਮੈਨੂੰ ਨਹੀਂ ਲੱਗਦਾ ਵੀ ਇੱਦਾਂ ਦਾ ਪ੍ਰਧਾਨ ਮੰਤਰੀ ਕਿਤੇ, ਜੇ ਕਿਸੇ ਹੋਰ ਦੇਸ਼ ਵਿਦੇਸ਼ 'ਚ ਕਿਸੇ ਵੀ ਤੁਸੀਂ ਗੱਲ ਕਰਕੇ ਦੇਖੋ ਵੀ ਬਿੱਲ ਜਿਹੜੇ ਰੱਦ, ਅਗਲੇ ਇਹ ਕਹਿੰਦੇ ਵੀ ਹੁਣ ਨਿਆਣਾ ਹੈ ਜੀ ਇੱਕ,
ਆਪਾਂ ਉਹਨੂੰ ਦੁੱਧ ਪਿਲਾਉਂਦੇ ਜਾਂ ਰੋਟੀ ਖਿਲਾਉਂਦੇ ਆ, ਜਿੰਨੀ ਕੁ ਖਾ ਲਈ ਉਹਨੇ ਠੀਕ ਆ, ਆਪਾਂ ਧੱਕੇ ਨਾਲ ਤਾਂ ਉਹਦੇ ਮੂੰਹ 'ਚ ਨਹੀਂ ਪਾਉਣੀ ਵੀ ਆ ਖਾ ਕਾਕਾ, ਹੋਰ ਖਾ ਨਾ ਖਾ ਨਾ। ਜਿਹੜੇ ਬਿੱਲ ਆ ਸਾਡੇ ਲਈ ਆ, ਕਿਸਾਨੀ ਕਰਕੇ ਆ, ਜੇ ਸਾਨੂੰ ਨਹੀਂ ਪਸੰਦ ਇਹ ਰੱਦ ਕਰ ਦਿਓ, ਇਹਦੇ ਵਿੱਚ ਕੀ ਪ੍ਰੋਬਲਮ ਕੀ ਆ। ਬਹੁਤ ਬਹੁਤ ਧੰਨਵਾਦ ਜੀ। ਸੋ ਦਰਸ਼ਕੋ, ਤੁਸੀਂ ਦੇਖਿਆ ਕਿ ਇਹ ਸੀ ਦਮਨ ਅਟਵਾਲ ਜੀ, ਨੌਜਵਾਨ ਨੇ, ਨੌਜਵਾਨ ਜਥੇਬੰਦੀਆਂ ਦੇ ਵਿੱਚ ਆਂਦੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨਾਂ ਦਾ ਵੀ ਕਹਿਣਾ ਕਿ ਚਾਹੇ ਉਹ ਸੰਸਦ ਮਾਰਚ ਹੋਵੇ, ਚਾਹੇ ਆਪਰੇਸ਼ਨ ਕਲੀਨ ਹੋਵੇ, ਤਾਂ ਨੌਜਵਾਨ ਇਸ ਕਿਸਾਨੀ ਅੰਦੋਲਨ ਦੇ ਵਿੱਚ ਡਟੇ ਨੇ, ਡਟੇ ਰਹਿਣਗੇ ਤਾਂ ਅੱਗੇ ਵੀ ਉਹ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਜਿਹੜੀ ਗੱਲ ਆ ਉਹ ਕਰਦੇ ਰਹਿਣਗੇ। ਸੋ ਬਣੇ ਰਹੋ ਪੰਜਾਬ ਨਿਊਜ਼ ਦੇ ਨਾਲ। ਧੰਨਵਾਦ।